ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤਿ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਏ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਇਹ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਵਖਾਨਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ ਹੈ। ਰੋਜ਼ਾਨਾ ਦੀ ਤਰ੍ਹਾਂ ਗੁਰੂ ਦਰਬਾਰ ਵਿਖੇ ਜੁੜ ਮਿਲ ਬੈਠੇ ਹਾਂ ਔਰ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ। ਪਾਵਨ ਬਾਣੀ ਦੇ ਸ਼ਬਦ ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਪਿਆਰ ਸਤਿਕਾਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਦਮਦਮਾ ਸਾਹਿਬ ਦੀ ਧਰਤੀ 'ਤੇ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ
ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਲਿਖਵਾਉਣ ਦੀ ਸੇਵਾ ਭਾਈ ਸਾਹਿਬ ਮਨੀ ਸਿੰਘ ਜੀ ਪਾਸੋਂ ਕਰਵਾਈ ਜਾ ਰਹੀ ਸੀ। ਅੱਜ ਦੇ ਦਿਨ ਉਹ ਸੇਵਾ ਸੰਪੂਰਨ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਮੇਤ ਸਮੁੱਚੀ ਆਦਿ ਗ੍ਰੰਥ ਦੀ ਗੁਰੂ ਗ੍ਰੰਥ ਦੀ ਬਾਣੀ ਲਿਖੀ ਗਈ। ਇਸ ਕਰਕੇ ਅੱਜ ਦੇ ਇਸ ਦਿਨ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਪਿਛਲੇ ਦਿਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਆਪਾਂ ਇਹਦੇ ਸੰਬੰਧੀ ਵਿਚਾਰਾਂ ਕੀਤੀਆਂ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ 3 ਦਿਹਾੜੇ ਹਨ। ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਹਿਲਾ ਪਾਵਨ ਪ੍ਰਕਾਸ਼ ਦਿਹਾੜਾ। ਉਹ ਦਿਨ ਜਦੋਂ ਪਹਿਲੀ ਵਾਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਧੰਨ ਬਾਬਾ ਬੁੱਢਾ ਸਾਹਿਬ ਨੇ ਇਹ ਸੇਵਾ ਕੀਤੀ। ਉਹ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਉਦੋਂ ਬਾਅਦ ਦੂਜਾ ਇਹ ਦਿਹਾੜਾ ਹੈ ਅੱਜ ਦਾ ਦਿਹਾੜਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਹਾੜਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਸਮ ਪਾਤਸ਼ਾਹ ਜੀ ਵੱਲੋਂ ਲਿਖਵਾਈ ਗਈ ਔਰ ਉਹ ਪਾਵਨ ਸਰੂਪ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ, ਕਿਉਂਕਿ ਦਮਦਮਾ ਸਾਹਿਬ ਦੀ ਧਰਤੀ 'ਤੇ ਉਹ ਸੇਵਾ ਸੰਪੂਰਨ ਹੋਈ। ਜਿਹੜੇ ਪਾਵਨ ਸਰੂਪ ਅੱਜ ਗੁਰੂ ਦਰਬਾਰ ਵਿਖੇ ਸਤਿਗੁਰਾਂ ਦੇ ਪ੍ਰਕਾਸ਼ਮਾਨ ਹੁੰਦੇ ਹਨ, ਇਹਨਾਂ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਤੇ ਇਸੇ ਸਵਰੂਪ ਨੂੰ ਹਜੂਰ ਸਾਹਿਬ ਨੰਦੇੜ ਦੀ ਧਰਤੀ 'ਤੇ ਅਬਚਲ ਨਗਰ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੀਰ ਰੂਪੀ ਚੋਲਾ ਛੱਡਣ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦਿੱਤੀ। ਤੇ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ 3 ਦਿਹਾੜੇ ਪ੍ਰਕਾਸ਼, ਪਹਿਲਾ ਪ੍ਰਕਾਸ਼ ਦਿਹਾੜਾ, ਸੰਪੂਰਨਤਾ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਵਕਤ ਬਾਣੀ ਲਿਖਵਾਈ, ਉਸ ਵਕਤ 34 ਮਹਾਂਪੁਰਖਾਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਲਿਖੀ ਗਈ। 5 ਗੁਰੂ ਸਾਹਿਬਾਨ, 15 ਭਗਤ, 11 ਭੱਟ ਔਰ 3 ਗੁਰੂ ਕਿਆਂ ਸਿੱਖਾਂ ਦੀ। ਤੇ ਦਸਮ ਪਾਤਸ਼ਾਹ ਜੀ ਨੇ ਜਿਸ ਵਕਤ ਬਾਣੀ ਪਾਵਨ ਸਵਰੂਪ ਲਿਖਵਾਇਆ, ਉਦੋਂ ਫਿਰ 35 ਮਹਾਂਪੁਰਖਾਂ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਵਿੱਚ ਲਿਖਵਾਈ ਗਈ। ਸੋ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਏਮਾਨ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚੀ ਮਨੁੱਖਤਾ ਨੂੰ ਸਾਂਝਾ ਧਰਮ ਦਾ, ਗੁਰਮਤਿ ਦਾ, ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਸੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧੀ ਅਜੇ ਆਪਾਂ ਕੁਝ ਦਿਨ ਪਹਿਲਾਂ ਹੀ ਪਹਿਲੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਵਿਚਾਰਾਂ ਦੀ ਸਾਂਝ ਪਾਈ ਸੀ। ਸੋ ਅੱਜ ਆਪਾਂ ਜੋ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਸੇ ਵਿਚਾਰ ਦੀ ਲੜੀ ਦੀ ਸਾਂਝ ਪਾਵਾਂਗੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਗਾਥਾ ਸੈਸਕ੍ਰਿਤੀ ਸਲੋਕਾਂ ਤੋਂ ਉਪਰੰਤ ਇਹ ਗਾਥਾ ਬਾਣੀ ਹੈ। ਇਹ ਵੀ ਉਸੇ ਤਰ੍ਹਾਂ ਸੈਸਕ੍ਰਿਤੀ ਸਲੋਕਾਂ ਦਾ ਹੀ ਇੱਕ ਰੂਪ ਹੈ, ਸਰੂਪ ਹੈ। ਔਰ ਇਸ ਬਾਣੀ ਦੇ ਕੁੱਲ 24 ਸਲੋਕ ਹਨ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 1360 ਅੰਗ ਤੋਂ ਇਸ ਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ। ਪਹਿਲੇ 4 ਸਲੋਕਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਕਰੀਬਨ ਉਹਨਾਂ 4 ਹੀ ਸਲੋਕਾਂ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਔਰ ਵਾਹਿਗੁਰੂ ਜੀ ਦੀ ਕੀਰਤੀ ਦੀ ਜੋ ਮਹਿਮਾ ਹੈ, ਵਡਿਆਈ ਹੈ, ਉਹ ਸਾਨੂੰ ਦ੍ਰਿੜ ਕਰਵਾਈ ਹੈ। ਕਿਉਂਕਿ ਮਨੁੱਖ ਆਪਣੇ ਤਨ ਦਾ ਬਹੁਤ ਮਾਣ ਅਭਿਮਾਨ ਕਰਦਾ ਹੈ
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਚੇਤੇ ਰੱਖਣਾ, ਪਹਿਲੀ ਗੱਲ ਤੇ ਵੇਖ, ਜਿਹੜੇ ਸਰੀਰ ਦਾ ਤੂੰ ਹੰਕਾਰ ਕਰਦਾ ਹੈ ਉਹ ਸਰੀਰ ਦੀ ਪਾਇਆ ਔਕਾਤ ਕੀ ਹੈ। ਬਾਹਰ ਇਹਦੇ ਤੇ ਸੁਗੰਧੀ ਵਾਲੇ ਪਦਾਰਥ ਲਾਏ ਜਾਂਦੇ ਹਨ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਆਦਿਕ, ਤੇ ਉਹ ਜਦੋਂ ਸਰੀਰ ਨੂੰ ਸਪਰਸ਼ ਕਰਦੇ ਹਨ ਕੁਝ ਸਮੇਂ ਬਾਅਦ ਉਹ ਦੁਰਗੰਧੀ ਦੇ ਰੂਪ 'ਚ ਬਦਲ ਜਾਂਦੇ ਹਨ। ਸੋਹਣੀ ਖੁਸ਼ਬੂ ਵੀ ਬਦਬੂ 'ਚ ਕਨਵਰਟ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਇਹਦੇ ਅੰਦਰ ਵੀ ਤੂੰ ਤਰ੍ਹਾਂ ਤਰ੍ਹਾਂ ਦੇ ਸੋਹਣੇ ਸਵਾਦਿਸ਼ਟ ਪਦਾਰਥ ਖਾਂਦਾ ਹੈ, ਤੇ ਉਹ ਪਦਾਰਥ ਜਿਹੜੇ ਅੰਦਰ ਵੀ ਜਾਂਦੇ ਹਨ ਤੇ ਉਹ ਵੀ ਉਸੇ ਤਰ੍ਹਾਂ ਗੰਦਗੀ ਦੇ ਰੂਪ ਦੇ ਵਿੱਚ ਬਦਲ ਗਏ। ਮਹਾਰਾਜ ਕਹਿੰਦੇ, ਕਾਹਦਾ ਤੂੰ ਇਸ ਤਨ ਦਾ ਹੰਕਾਰ ਕਰ ਰਿਹਾ ਹੈ। ਬਿਸ਼ਟਾ ਰਕਤ ਅਸ਼ਟ ਪਰੇਟੇ ਚਾਮ, ਇਨ ਉੱਪਰਲੇ ਰਾਖਿਓ ਗੁਮਾਨ। ਫਿਰ ਅੱਗੇ ਚੱਲ ਕੇ ਗੁਰੂ ਨੇ ਇਹ ਸਮਝਾਇਆ ਕਿ ਇਸ ਚੀਜ਼ ਨੂੰ ਸੱਤ ਸਮਝੋ ਕਿ ਜੋ ਆਪਾਂ ਵੇਖ ਰਹੇ ਹਾਂ ਸਭ ਦ੍ਰਿਸ਼ਟਮਾਨ ਮਿਥਿਆ ਹੈ, ਤੇ ਹਰ ਜੀਵ ਨੇ ਸੰਸਾਰ ਤੋਂ ਜਾਣਾ ਹੀ ਜਾਣਾ ਹੈ ਆਪਣੀ ਆਪਣੀ ਵਾਰੀ ਤੇ ਆਪਣੇ ਆਪਣੇ ਸਮੇਂ ਮੁਤਾਬਕ। ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਦੀ ਇਬਾਦਤ ਬੰਦਗੀ ਜੀਵ ਦਾ ਸਦੀਵੀ ਤੇ ਪੱਕਾ ਸਹਾਰਾ ਹੈ, ਤੇ ਇਹ ਜਿਹੜੀ ਬੰਦਗੀ ਇਬਾਦਤ ਦੀ ਦਾਤ ਹੈ ਇਹ ਮਿਲਦੀ ਹੈ ਸਤ ਸੰਗਤ ਦੇ ਵਿੱਚੋਂ, ਵੱਡਿਆਂ ਭਾਗਾਂ ਵਾਲੇ ਉਹਨਾਂ ਗੁਰਮੁਖਾਂ ਨੂੰ ਜਿਹੜੇ ਗੁਰੂ ਕੀ ਸੰਗਤ ਦੇ ਵਿੱਚ ਜੁੜਦੇ ਹਨ। ਇਸੇ ਵਿਚਾਰ ਦੀ ਲੜੀ ਨੂੰ ਅੱਗੇ ਚਲਾਉਂਦਿਆਂ ਹੋਇਆ ਤੇ ਮਹਾਰਾਜ ਅੱਜ 5 ਨੰਬਰ ਸ਼ਲੋਕ ਦੇ ਵਿੱਚ ਜਿੱਥੇ ਗੁਰਸੰਗਤ ਦੀ, ਗੁਰੂ ਦੀ ਮਹਿਮਾ ਵਡਿਆਈ ਦੱਸ ਰਹੇ ਹਨ, ਉੱਥੇ ਇਹਦਾ ਦੂਜਾ ਪੱਖ ਵੀ ਸਤਿਗੁਰੂ ਨੇ ਸਾਡੇ ਸਾਹਮਣੇ ਰੱਖਿਆ ਕਿ ਬਹੁਤ ਸਾਰੇ ਐਸੇ ਵੀ ਲੋਕ ਹੁੰਦੇ ਜਿਹੜੇ ਸੰਗਤ 'ਚ ਵੀ ਆਉਂਦੇ ਹਨ, ਗੁਰੂ ਦੇ ਨੇੜੇ ਵੀ ਹੁੰਦੇ ਨੇ, ਫਿਰ ਵੀ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਬਾਂਸ ਦੀ ਉਦਾਹਰਣ ਦੇ ਕੇ ਤੇ ਇਸ 5 ਨੰਬਰ ਸ਼ਲੋਕ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ। ਸਤਿਗੁਰੂ ਵਿਚਾਰ ਆਰੰਭ ਕਰਦਿਆਂ ਫਰਮਾਨ ਕਰਦੇ ਹਨ, ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ। ਪਹਿਲੀ ਗੱਲ ਸਤਿਗੁਰਾਂ ਨੇ ਕੀਤੀ, ਮੈਂ ਲਾਗਰ। ਮੈਂ ਲਾਗਰ ਦਾ ਭਾਵ ਹੈ ਚੰਦਨ, ਚੰਦਨ ਦਾ ਦਰਖਤ, ਚੰਦਨ ਦਾ ਬੂਟਾ, ਤੇ ਨਿੰਮ ਬਿਰਖ ਸੇ ਚੰਦਨ ਹੈ। ਮਹਾਰਾਜ ਕਹਿੰਦੇ ਮਾਲਿਆ ਪਰਬਤ ਤੇ ਉੱਗਿਆ ਹੋਇਆ ਚੰਦਨ ਦਾ ਬੂਟਾ, ਉਹ ਹੁਣ ਉਹਦੇ ਬਿਲਕੁਲ ਨੇੜੇ ਹੈ ਨਿੰਮ ਦਾ ਦਰਖਤ। ਤੇ ਚੰਦਨ ਦਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਆਪਾਂ ਭਾਵੇਂ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੀਏ, ਭਾਵੇਂ ਭਗਤਾਂ ਦੀ ਬਾਣੀ ਪੜ੍ਹੀਏ, ਭੱਟਾਂ ਦੀ, ਚੰਦਨ ਦੀ ਵਡਿਆਈ ਬਹੁਤ ਥਾਵਾਂ 'ਤੇ ਕੀਤੀ ਗਈ ਹੈ। ਇਹ ਹੁਣ ਵੇਖੋ, ਚੰਦਨ ਦਾ ਦਰਖਤ ਕੋਈ ਬਹੁਤ ਵੱਡਾ ਨਹੀਂ ਹੁੰਦਾ, ਚੰਦਨ ਦੇ ਦਰਖਤ ਨੂੰ ਕੋਈ ਫਲ ਵੀ ਨਹੀਂ ਲੱਗਦੇ ਹਨ। ਬੜੇ ਤਰ੍ਹਾਂ ਦੇ ਫਲਾਂ ਵਾਲੇ ਪੇੜ ਪੌਦੇ ਕੁਦਰਤ ਬਨਸਪਤੀ ਅੰਦਰ ਮੌਜੂਦ ਹਨ, ਪਰ ਗੁਰੂ ਨੇ ਉਹਨਾਂ ਦੀ ਵਡਿਆਈ ਗੁਰਬਾਣੀ 'ਚ ਉਸ ਨਜ਼ਰੀਏ ਦੇ ਨਾਲ ਨਹੀਂ ਕੀਤੀ ਜਿੱਦਾਂ ਚੰਦਨ ਦੀ ਵਡਿਆਈ ਕੀਤੀ। ਕਾਰਨ ਕੀ ਹੈ? ਜਿਹੜਾ ਚੰਦਨ ਦੇ ਕੋਲ ਗੁਣ ਹੈ, ਉਹ ਗੁਣ ਚੰਦਨ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਦਾ, ਉਸ ਗੁਣ ਨੂੰ ਉਹ ਅੱਗੇ ਦੂਜਿਆਂ 'ਚ ਵੀ ਵੰਡਦਾ ਹੈ। ਹੁਣ ਅੰਬ ਬਹੁਤ ਮਿੱਠਾ ਫਲ ਹੈ, ਪਰ ਉਸੇ ਅੰਬ ਦੇ ਪੱਤੇ ਕੁੜਤਣ ਵਾਲੇ ਕੌੜੇ ਹਨ, ਉਹਦੇ ਪੱਤਿਆਂ 'ਚ ਉਹ ਮਿਠਾਸ ਨਹੀਂ ਹੈ ਜੋ ਮਿਠਾਸ ਅੰਬ ਦੇ ਫਲ ਦੇ ਵਿੱਚ ਹੈ। ਕਹਿਣ ਦਾ ਭਾਵ ਕਿ ਅੰਬ ਕਿਸੇ ਦੂਜੇ ਨਾਲ ਦੇ ਪੇੜ ਪੌਦੇ ਨੂੰ ਆਪਣੇ ਵਾਲਾ ਗੁਣ ਉਹਨੇ ਕੀ ਦੇਣਾ, ਆਪਣੇ ਪੱਤਿਆਂ ਤੱਕ ਨੂੰ ਵੀ ਉਹ ਚੀਜ਼ ਨਹੀਂ ਦੇ ਪਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਦਨ ਅੰਦਰ ਇਹ ਗੁਣ ਹੈ ਜਿਹੜਾ ਕੁਦਰਤ ਨੇ ਉਹਨੂੰ ਕਾਦਰ ਨੇ ਬਖਸ਼ਿਆ ਹੈ, ਸੁਗੰਧੀ ਦਾ, ਖੁਸ਼ਬੂ ਦਾ, ਤੇ ਉਹ ਉਸ ਗੁਣ ਨੂੰ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਦਾ, ਉਹ ਅੱਗੇ ਦੂਜਿਆਂ 'ਚ ਵੀ ਵੰਡਦਾ ਹੈ। ਨਿੰਮ ਦਾ ਦਰਖਤ ਹੁਣ ਆਪਾਂ ਜਾਣਦੇ ਹਾਂ, ਅੱਤ ਦਾ ਕੁੜੱਤਣ ਵਾਲਾ ਕੌੜਾ ਦਰਖਤ ਹੁੰਦਾ ਹੈ, ਕੌੜੇ ਉਹਦੇ ਪੱਤੇ। ਸਤਿਗੁਰੂ ਕਹਿੰਦੇ ਹੁਣ ਚੰਦਨ ਦੇ ਨੇੜੇ ਨਿੰਮ ਦਾ ਦਰਖਤ ਵੀ ਹੋਏ ਤੇ ਚੰਦਨ ਉਹਨੂੰ ਵੀ ਸੁਗੰਧੀ ਦੇ ਨਾਲ ਭਰ ਦਿੰਦਾ, ਸੁਗੰਧੀ ਭਰਪੂਰ ਕਰਦਾ ਹੈ। ਨਿੰਮ ਬਿਰਖ ਸੇ ਚੰਦਨ ਹੈ, ਨੇੜੇ ਹੈ ਚੰਦਨ ਦੇ ਨਿੰਮ ਦਾ ਬਿਰਖ, ਚੰਦਨ ਨੇ ਆਪਣੀ ਸੁਗੰਧੀ ਦਿੱਤੀ, ਉਹਨੂੰ ਵੀ ਸੁਗੰਧੀ ਦੇ ਨਾਲ ਭਰ ਦਿੱਤਾ।
ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਉਸੇ ਚੰਦਨ ਦੇ ਨੇੜੇ ਬਾਂਸ ਦਾ ਦਰਖਤ ਵੀ ਹੈ। ਬਾਂਸ ਹਨ, ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ। ਨਿੰਮ ਨੇੜੇ ਸੀ, ਸੁਗੰਧੀ ਦੇ ਨਾਲ ਭਰ ਗਈ, ਪਰ ਬਾਂਸ ਨੇੜੇ ਹੋ ਕੇ ਵੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਸਕਿਆ, ਸੁਗੰਧੀ ਨੂੰ ਗ੍ਰਹਿਣ ਨਹੀਂ ਕਰ ਸਕਿਆ। ਕਾਰਨ ਕੀ? ਉਹਦੇ ਅੰਦਰ ਦਾ ਰੁੱਖਾਪਨ, ਉਹਦੇ ਅੰਦਰ ਦਾ ਖੋਖਲਾਪਨ, ਉਹਦੀ ਆਕੜ। ਕਬੀਰ ਸਾਹਿਬ ਨੇ ਵੀ ਜ਼ਿਕਰ ਕੀਤਾ, ਕਹਿੰਦੇ ਇਹ ਉਹਨਾਂ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਢਾਕ ਪਲਾਸ ਦੇ ਦਰਖਤ ਦੀ ਗੱਲ, ਪੌਦੇ ਦੀ ਗੱਲ ਕੀਤੀ ਹੈ, ਜਿਨੇ ਚੰਦਨ ਨੂੰ ਆਪਣੇ ਪੱਤਿਆਂ ਦੇ ਨਾਲ ਢੱਕਿਆ। ਤੇ ਕਬੀਰ ਸਾਹਿਬ ਕਹਿੰਦੇ ਹੈ ਉਹ ਛੋਟਾ ਜਿਹਾ ਢਾਕ ਪਲਾਸ, ਪਰ ਚੰਦਨ ਦੇ ਨੇੜੇ ਹੋਣ ਕਰਕੇ ਉਹ ਵੀ ਚੰਦਨ ਦੀ ਸੁਗੰਧੀ ਦੇ ਨਾਲ ਭਰ ਗਿਆ। ਤੇ ਦੂਜੇ ਪਾਸੇ ਕਹਿੰਦੇ ਉਸੇ ਚੰਦਨ ਦੇ ਨੇੜੇ ਬੜਾ ਉੱਚਾ ਬਾਂਸ ਦਾ ਪੌਦਾ ਹੈ, ਕਿੰਨੇ ਬਾਂਸ ਹਨ ਉਹਦੇ, ਪਰ ਉਹ ਸੁਗੰਧੀ ਤੋਂ ਖਾਲੀ ਦਾ ਖਾਲੀ। ਕਬੀਰ ਬਾਂਸ ਬੜਾਈ ਬੂਢਿਆ ਇਉਂ ਮਤ ਬੂਢੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਬੀਰ ਸਾਹਿਬ ਕਹਿੰਦੇ ਕਬੀਰ ਬਾਂਸ ਬੜਾਈ ਬੂਢਿਆ ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਜਿਵੇਂ ਚੰਦਨ ਡੁੱਬਿਆ ਇੱਦਾਂ ਨਾ ਡੁੱਬੋ, ਹੰਕਾਰ ਆਕੜ 'ਚ ਨਾ ਰਵੋ। ਉਹ ਵੇਖੋ ਚੰਦਨ ਦੇ ਨੇੜੇ ਹੋ ਕੇ ਵੀ ਚੰਦਨ ਦੀ ਸੁਗੰਧੀ ਤੋਂ ਖਾਲੀ। ਪ੍ਰੀਥੀ ਚੰਦ ਕੀ ਹੈ? ਚੰਦਨ ਬਿਰਤੀ। ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਰਹਿੰਦਾ ਹੈ, ਪਰ ਅੰਦਰ ਹੰਕਾਰ ਹੈ, ਆਕੜ ਹੈ, ਅੰਦਰ ਈਰਖਾ ਦੀ ਬਿਰਤੀ ਹੈ। ਬਾਂਸ ਵਰਗੀ ਅੰਦਰੋਂ ਬਿਰਤੀ, ਅੰਦਰੋਂ ਖੋਖਲਾਪਨ ਹੈ, ਨੇੜੇ ਰਹਿ ਕੇ ਵੀ ਉਹ ਦਾਤ ਪ੍ਰਾਪਤ ਨਹੀਂ ਕਰ ਪਾਇਆ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈ ਹੈ ਫੂਕ। ਹੁਣ ਗੁਰੂ ਦੀ ਸੰਗਤ ਤਾਂ ਵੇਖੋ ਚੰਦਨ ਦੀ ਤਰ੍ਹਾਂ ਹੈ। ਗੁਰੂ ਤੇ ਗੁਣਾਂ ਦੀ ਸੁਗੰਧੀ ਵੰਡਦੇ ਨੇ, ਚੰਗਿਆਈਆਂ ਦੀ ਸੁਗੰਧੀ ਵੰਡਦੇ ਨੇ। ਆਪਾਂ ਗੁਰੂ ਕੋਲ ਜਦੋਂ ਵੀ ਆਈਏ ਤੇ ਗੁਰੂ ਨੂੰ ਜਦੋਂ ਮਰਜ਼ੀ ਗੁਰੂ ਕੋਲੋਂ ਗਿਆਨ ਲਈਏ, ਜਿਵੇਂ ਕਹਿੰਦੇ ਮਿਸ਼ਰੀ ਦਾ ਪਹਾੜ ਹੈ, ਉਹਨੂੰ ਜਿਹੜੇ ਪਾਸਿਓਂ ਮਰਜ਼ੀ ਚੱਖੋ ਉਹਦੇ 'ਚੋਂ ਮਿਠਾਸ ਹੀ ਪ੍ਰਾਪਤ ਹੋਏਗੀ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮਰਜ਼ੀ ਸ਼ਬਦ ਪੜ੍ਹ ਲਵੋ, ਜਿਹੜੀ ਮਰਜ਼ੀ ਬਾਣੀ ਪੜ੍ਹ ਲਵੋ, ਹਰ ਬਾਣੀ 'ਚੋਂ ਗੁਰੂ ਸਾਨੂੰ ਜੀਵਨ ਸਫਲਤਾ ਦਾ, ਬੰਦਗੀ ਦਾ, ਇਬਾਦਤ ਦਾ, ਸੱਚ ਦਾ, ਗੁਣਾਂ ਦਾ, ਚੰਗਿਆਈਆਂ ਦਾ ਉਪਦੇਸ਼ ਹੀ ਦਿੰਦੇ ਹਨ, ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਬਾਣੀ ਸ਼ਬਦ ਪੜ੍ਹ ਲਈਏ। ਪਰ ਹੰਕਾਰੀ ਲੋਕ ਗੁਰੂ ਰੂਪੀ ਚੰਦਨ ਦੇ ਕੋਲ ਆ ਕੇ ਵੀ ਖਾਲੀ ਦੇ ਖਾਲੀ ਰਹਿ ਜਾਂਦੇ। ਇੱਕ ਵਾਰ ਦਸਮ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਗੁਰੂ ਕੀ ਸੰਗਤ ਦੇ ਵਿੱਚ ਕਿੰਨੇ ਤਰ੍ਹਾਂ ਦੇ ਸਰੋਤੇ ਆਉਂਦੇ ਨੇ ਤੇ ਕੀ ਕੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ 3 ਤਰ੍ਹਾਂ ਦੀਆਂ ਬਿਰਤੀਆਂ ਵਾਲੇ ਸੇਵਕ ਹੁੰਦੇ ਹਨ। ਵੈਸੇ ਵਿਚਾਰਵਾਨ ਵੀ ਇੱਕ ਦ੍ਰਿਸ਼ਟਾਂਤ ਦਿੰਦੇ ਹਨ ਕਿ 3 ਤਰ੍ਹਾਂ ਦੇ ਸਰੋਤੇ ਹੁੰਦੇ ਨੇ, ਉਂਗੇ, ਸੂੰਗੇ ਤੇ ਡੂੰਘੇ। ਇੱਕ ਉਂਗੇ ਭਾਵ ਉਹ ਜਿਹੜੇ ਗੁਰੂ ਕੀ ਸੰਗਤ ਤੱਕ ਤਾਂ ਪਹੁੰਚ ਗਏ, ਪਰ ਕਿਸੇ ਨੌਕਰੇ ਕਿਸੇ ਕੋਨੇ ਬਹਿ ਗਏ, ਕੋਈ ਢੋਲ ਆ ਕੇ। ਤੇ ਉਂਗ ਦਾ ਭਾਵ ਹੈ ਨੀਂਦ ਆਉਣੀ। ਉਸੇ ਵਕਤ ਨੀਂਦ ਆ ਗਈ, ਅੱਖ ਲੱਗ ਗਈ, ਆਏ ਜ਼ਰੂਰ ਸੰਗਤ ਦੇ ਵਿੱਚ, ਇੱਥੇ ਕੀਰਤਨ ਕਥਾ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ, ਪਰ ਉਹ ਆ ਕੇ ਵੀ ਸੁੱਤੇ ਪਏ ਸਨ, ਸੁਣ ਨਹੀਂ ਸਕੇ ਕੁਝ ਵੀ। ਅੱਖ ਉਦੋਂ ਖੁੱਲੀ ਜਦੋਂ ਜਕਾਰਾ ਲੱਗਿਆ, ਉਂਗੇ ਸੁੱਤੇ ਰਹੇ। ਦੂਜੇ ਨੰਬਰ 'ਤੇ ਹੁੰਦੇ ਹਨ ਸੂੰਗੇ, ਜਿਹੜੇ ਆਉਂਦੇ ਨੇ ਪਰ ਧਿਆਨ ਨਹੀਂ ਟਿਕਦਾ ਤੇ ਸਰੀਰ ਵੀ ਨਹੀਂ ਟਿਕਦਾ, ਬਸ ਇੱਧਰ ਉੱਧਰ ਵੇਂਦੇ ਰਹਿਣਗੇ, ਕੌਣ ਆਇਆ, ਕੌਣ ਗਿਆ, ਕੌਣ ਕੀ ਕਰ ਰਿਹਾ, ਬਸ ਇੱਧਰ ਉੱਧਰ ਧਿਆਨ। ਬੜੀ ਚੰਚਲ ਜਿਹੀ ਬਿਰਤੀ, ਟਿਕਾ ਵਾਲੀ, ਸਹਿਜ ਵਾਲੀ, ਧੀਰਜ ਵਾਲੀ ਬਿਰਤੀ ਨਹੀਂ। ਤੇ ਤੀਜੇ ਨੰਬਰ 'ਤੇ ਹੁੰਦੇ ਹਨ ਡੂੰਘੇ, ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਧਿਆਨ ਬੜਾ ਡੂੰਘਾ ਹੁੰਦਾ ਹੈ। ਉਹ ਆਉਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਆਏ ਕਿਹੜੇ ਕੰਮ ਹਾਂ। ਗੁਰੂ ਕੀ ਕਈ ਆ ਕੇ ਆਪਾਂ ਵਹਿੰਦੇ ਹਾਂ, ਇੱਥੇ ਆਣਗੇ ਤੇ ਅੰਦਰ ਬਹਿ ਕੇ ਵੀ ਇੱਧਰ ਉੱਧਰ ਘਰ ਦੀਆਂ ਹੀ ਗੱਲਾਂ ਕਰੀ ਜਾਣਗੇ। ਰੋਕਣਾ ਪੈਂਦਾ, ਭਾਈ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਤਾਂ ਸੁਣਨ ਦੇਵੋ, ਜੇ ਘਰ ਦੀਆਂ ਹੀ ਗੱਲਾਂ ਕਰਨੀਆਂ ਤੇ ਘਰ ਜਾ ਕੇ ਕਰ ਲਵੋ, ਬਾਹਰ ਜਾ ਕੇ ਕਰ ਲਵੋ।
ਜਿਹੜੇ ਡੂੰਘੀ ਬਿਰਤੀ ਵਾਲੇ ਸਰੋਤੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਇੱਥੇ ਆਉਣ ਦਾ ਮਨੋਰਥ ਕੀ ਹੈ। ਜੇ ਕੁਝ ਘੜੀਆਂ ਅਸੀਂ ਕੱਢ ਕੇ ਸੰਗਤ 'ਚ ਆਏ ਹਾਂ ਤੇ ਇੱਥੇ ਆ ਕੇ ਕੋਈ ਗੁਰੂ ਦੀ ਗੱਲ ਨੂੰ ਸੁਣੀਏ, ਕੋਈ ਗੁਰੂ ਦੇ ਉਪਦੇਸ਼ ਨੂੰ ਸਮਝੀਏ। ਤੇ ਉਹ ਫਿਰ ਜਿਹੜੇ ਡੂੰਘੀ ਬਿਰਤੀ ਵਾਲੇ ਨੇ ਉਹ ਵਾਕਿਆ ਹੀ ਕਬੂਲ ਤੇ ਪ੍ਰਵਾਨ ਨੇ। ਉੱਦਾਂ ਦੀ ਡੂੰਘੀ ਬਿਰਤੀ ਵਾਲਿਆਂ ਦੀ ਹੀ ਵਡਿਆਈ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀਆਂ 4 ਪੌੜੀਆਂ 'ਚ ਕੀਤੀ ਹੈ ਕਿ ਸੁਣਨ ਦੀ ਵੀ ਬੜੀ ਬਰਕਤ ਹੈ, ਸੁਣਨ ਦੀ ਵੀ ਬੜੀ ਵਡਿਆਈ ਹੈ, ਪਰ ਸੁਣਨਾ ਅਤਿਅੰਤ ਡੂੰਘਾ ਤੇ ਗਹਿਰਾ ਹੋਣਾ ਚਾਹੀਦਾ ਹੈ, ਫਿਰ ਸੁਣਿਆ ਵੀ ਪ੍ਰਵਾਨ ਹੈ। ਇੱਕ ਆਪਾਂ ਬਚਨ ਕਈ ਵਾਰ ਸਾਂਝਾ ਕੀਤਾ ਹੈ, ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼। ਉਹ ਕਹਿੰਦੇ ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋਹ ਤੁਮ ਸਿਓ ਕਰੋ ਉਚਾਰਾ। 5 ਤਰ੍ਹਾਂ ਦੇ ਸਰੋਤੇ ਉਹਨਾਂ ਨੇ ਕਿਹਾ ਹੈ। ਰਾਗ ਰਾਗਣੀ ਸਮਝੈ ਏਕਾ, ਇੱਕ ਉਹ ਜਿਹੜੇ ਗੁਰੂ ਦਰਬਾਰ 'ਚ ਆਉਂਦੇ, ਕੀਰਤਨ ਚੱਲ ਰਿਹਾ, ਉਹਨਾਂ ਦਾ ਧਿਆਨ ਕਿਹੜਾ ਰਾਗ ਚੱਲ ਰਿਹਾ ਹੈ, ਰਾਗ ਤੇ ਹੈ। ਦੂਜੇ ਸੁਰ ਕੋ ਰੱਖੈ ਬਵੇਕਾ, ਦੂਜਿਆਂ ਦਾ ਧਿਆਨ ਸੁਰ 'ਚ ਹੁੰਦਾ ਹੈ ਕਿ ਸੁਰਾਂ ਕਿਹੜੀਆਂ ਲਾਈਆਂ ਜਾ ਰਹੀਆਂ ਹਨ। ਤੀਜਾ ਸੁਣਿਆ ਤਾਲ ਹਿੱਤ ਗਿਆ, ਤੀਜਿਆਂ ਦਾ ਧਿਆਨ ਹੁੰਦਾ ਹੈ ਕਿ ਤਬਲੇ ਵਾਲਾ ਕਿਹੜਾ ਤਾਲ ਵਜਾਉਂਦਾ ਪਿਆ ਹੈ, ਕਿਵੇਂ ਤਿਰਕਟਾਂ ਮਾਰ ਰਿਹਾ, ਕਿਵੇਂ ਉਹ ਬੋਲ ਵਜਾਉਂਦਾ ਪਿਆ, ਉਹਨਾਂ ਦਾ ਧਿਆਨ ਤਬਲੇ ਤੇ ਜਾਂ ਢੋਲਕੀ ਤੇ। ਤੀਜਾ ਸੁਣਿਆ ਤਾਲ ਹਿੱਤ ਗਿਆ, ਚੌਥੇ ਬਾਦਤ ਕਾ ਰਸ ਲਿਆ। ਚੌਥੇ ਉਹ ਹੁੰਦੇ ਨੇ ਜਿਹੜੇ ਗਾਉਣ ਦਾ ਤਰੀਕਾ ਸੁਣ ਕੇ ਬੜੇ ਕਾਇਲ ਹੁੰਦੇ ਹਨ ਕਿ ਵਾਹ ਕਿਆ ਕਮਾਲ ਦੇ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਸ਼ਬਦ ਪੜ੍ਹੇ, ਆਨੰਦ ਆ ਗਿਆ। ਪਰ ਜੇ ਪੁੱਛੀਏ ਸ਼ਬਦ ਕਿਹੜੇ ਪੜ੍ਹੇ ਨੇ ਉਹ ਨਹੀਂ ਪਤਾ ਹੈ। ਹਾਂ, ਗਾਉਣ ਦਾ ਤਰੀਕਾ, ਕੀਰਤਨ ਸ਼ੈਲੀ ਬੜੀ ਸੋਹਣੀ ਸੀ, ਬੜੀ ਵਧੀਆ ਸੀ, ਧਿਆਨ ਉਹਨਾਂ ਦਾ ਸ਼ਬਦ ਤੱਕ ਨਹੀਂ ਪਹੁੰਚਿਆ, ਉਹਨਾਂ ਦਾ ਧਿਆਨ ਵੀ ਗਾਉਣ ਦੇ ਤਰੀਕੇ ਤੱਕ ਸੀਮਤ। ਰਾਗ ਰਾਗਣੀ ਸਮਝੈ ਏਕਾ, ਦੂਜੇ ਸੁਰ ਕੋ ਰੱਖੈ ਬਵੇਕਾ। ਤੀਜਾ ਸੁਣਿਆ ਤਾਲ ਹਿੱਤ ਗਿਆ, ਚੌਥੇ ਬਾਦਤ ਕਾ ਰਸ ਲਿਆ। ਫਿਰ ਅੱਗੇ ਮਹਾਰਾਜ ਕਹਿੰਦੇ ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸ਼ਰੋਤਾ ਸਭਨ ਮੈਂ ਪ੍ਰਬੀਨਾ। ਪੰਜਵੇਂ ਉਹ ਨੇ ਜਿਹੜੇ ਧਿਆਨ ਨੂੰ ਸ਼ਬਦ ਤੱਕ ਖੜਦੇ ਨੇ, ਫਿਰ ਸ਼ਬਦ 'ਚ ਦੱਸੇ ਹੋਏ ਉਪਦੇਸ਼ ਤੱਕ ਆਪਣੀ ਸੁਰਤ ਨੂੰ ਖੜਦੇ ਹਨ ਤੇ ਉਹਨੂੰ ਵਿਚਾਰਦੇ ਤੇ ਸਮਝਦੇ ਨੇ। ਤੇ ਹਜੂਰ ਕਹਿੰਦੇ ਜਿਨ੍ਹੇ ਸ਼ਬਦ ਤੇ ਸ਼ਬਦ ਦੇ ਉਪਦੇਸ਼ 'ਚ ਆਪਣੀ ਸੁਰਤ ਨੂੰ ਪਹੁੰਚਾ ਲਿਆ, ਉਹ ਸ਼ਰੋਤਾ ਸਮਝੋ ਸਾਰਿਆਂ ਤੋਂ ਉੱਤਮ ਜੇ। ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸ਼ਰੋਤਾ ਸਭਨ ਮੈਂ ਪ੍ਰਬੀਨਾ। ਤੇ ਗੁਰੂ ਕਲਗੀਧਰ ਮਹਾਰਾਜ ਨੂੰ ਜਦੋਂ ਪੁੱਛਿਆ ਮਹਾਰਾਜ ਕਿੱਦਾਂ, ਕਿੰਨੇ ਤਰ੍ਹਾਂ ਦੇ ਸਤ ਸੰਗੀ ਆਉਂਦੇ ਨੇ, ਉਹ ਕਿੱਦਾਂ ਦੀ ਬਿਰਤੀ ਹੁੰਦੀ, ਕੀ ਉਹਨਾਂ ਨੂੰ ਲਾਭ ਮਿਲਦਾ ਗੁਰੂ ਸੰਗਤ 'ਚ ਆ ਕੇ। ਤੇ ਹਜੂਰ ਨੇ 3 ਬਿਰਤੀਆਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿਣ ਲੱਗੇ ਇੱਕ ਬਿਰਤੀ ਤੇ ਹੁੰਦੀ ਆ ਪੱਥਰ ਬਿਰਤੀ, ਇੱਕ ਬਿਰਤੀ ਆ ਕੱਪੜੇ ਵਾਲੀ ਬਿਰਤੀ, ਇੱਕ ਬਿਰਤੀ ਆ ਪਤਾਸੇ ਵਾਲੀ ਬਿਰਤੀ। ਪੱਥਰ ਪਾਣੀ 'ਚ ਰੱਖਿਆ ਜਾਵੇ, ਭਾਵੇਂ ਹਜ਼ਾਰਾਂ ਸਾਲ ਪਾਣੀ 'ਚ ਪਿਆ ਰਵੇ, ਠੀਕ ਹੈ, ਜਿੰਨੀ ਦੇਰ ਪਾਣੀ 'ਚ ਆ ਉਨੀ ਦੇਰ ਤੱਕ ਗਿੱਲਾ ਹੈ। ਪਰ ਜਿਵੇਂ ਪੱਥਰ ਨੂੰ ਪਾਣੀ 'ਚੋਂ ਬਾਹਰ ਕੱਢਦੇ ਹਾਂ, ਮਿੰਟਾਂ ਸਕਿੰਟਾਂ 'ਚ ਬਾਹਰ ਦੀ ਹਵਾ ਲੱਗਦੀ ਆ, ਪੱਥਰ ਸੁੱਕ ਗਿਆ। ਇੱਦਾਂ ਹਜੂਰ ਕਹਿੰਦੇ ਇੱਕ ਤੇ ਹੁੰਦੇ ਹਨ ਪੱਥਰ ਬਿਰਤੀ ਵਾਲੇ, ਆਉਂਦੇ ਨੇ ਸੁਣਦੇ ਹਨ, ਪਰ ਜਿੰਨੀ ਦੇਰ ਸੰਗਤ 'ਚ ਹਨ, ਅੰਦਰ ਹਨ, ਠੀਕ ਹੈ, ਉਨੀ ਦੇਰ ਤੱਕ ਰਸ ਬਣਿਆ ਹੈ। ਪਰ ਜਿਵੇਂ ਬਾਹਰ ਗਏ ਤੇ ਬਾਹਰ ਦੀ ਹਵਾ ਲੱਗੀ ਤੇ ਇੱਕਦਮ ਇੱਧਰ ਦਾ ਰਸ ਖਤਮ ਹੋ ਗਿਆ। ਦੂਜੇ ਹੁੰਦੇ ਹਨ ਕੱਪੜੇ ਵਾਲੀ ਬਿਰਤੀ। ਕੱਪੜਾ ਆਪਾਂ ਪਾਣੀ 'ਚ ਭਿਉਂਦੇ ਹਾਂ, ਧੋਂਦੇ ਹਾਂ, ਪਾਣੀ 'ਚ ਕੱਪੜਾ ਭਿਓਇਆ, ਫਿਰ ਕੱਪੜੇ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਤੇ ਉਹ ਬਾਹਰ ਪਾਣੀ 'ਚੋਂ ਕੱਢਿਆ ਹੋਇਆ ਕੱਪੜਾ ਕੁਝ ਸਮਾਂ ਗਿੱਲਾ ਰਹਿੰਦਾ ਹੈ, ਪਰ ਬਾਅਦ 'ਚ ਉਹ ਵੀ ਸੁੱਕ ਗਿਆ, ਸੁੱਕ ਜਾਂਦਾ ਹੈ। ਇੱਦਾਂ ਦੂਜੇ ਉਹ ਸਤ ਸੰਗੀ ਹੁੰਦੇ ਨੇ ਜਿਨ੍ਹਾਂ ਨੇ ਇੱਥੇ ਸੁਣਿਆ, ਉਹ ਸੁਣੇ ਦਾ ਕੁਝ ਦੇਰ ਤੱਕ ਤਾਂ ਪ੍ਰਭਾਵ ਉਹਨਾਂ ਦੇ ਮਨ 'ਤੇ ਰਹਿੰਦਾ, ਕੁਝ ਗੱਲਾਂ ਉਹਨਾਂ ਨੂੰ ਯਾਦ ਚੇਤੇ ਰਹਿੰਦੀਆਂ ਹਨ, ਪਰ ਬਾਅਦ 'ਚ ਉਹ ਵੀ ਵਿਸਰ ਗਈਆਂ, ਉਹ ਭੁੱਲ ਗਈਆਂ। ਜਿਵੇਂ ਕੱਪੜਾ ਕੁਝ ਸਮੇਂ ਬਾਅਦ ਸੁੱਕ ਗਿਆ, ਇੱਦਾਂ ਹੀ ਉਹਨਾਂ ਨੇ ਵੀ ਜੋ ਸੁਣਿਆ ਕੁਝ ਸਮਾਂ ਚੇਤੇ ਰਿਹਾ, ਫਿਰ ਉਹ ਮਨ 'ਚੋਂ ਵਿਸਰ ਗਿਆ। ਪਰ ਤੀਜੇ ਮਹਾਰਾਜ ਕਹਿਣ ਲੱਗੇ ਉਹ ਬਿਰਤੀ ਹੁੰਦੀ ਹੈ ਪਤਾਸੇ ਵਾਲੀ ਬਿਰਤੀ, ਤੇ ਪਤਾਸੇ ਨੂੰ ਜਦੋਂ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਫਿਰ ਉਹ ਪਾਣੀ ਦੇ ਵਿੱਚ ਹੀ ਘੁਲ ਮਿਲ ਜਾਂਦਾ ਹੈ, ਉਹਨੂੰ ਫਿਰ ਪਾਣੀ 'ਚੋਂ ਬਾਹਰ ਕੋਈ ਨਹੀਂ ਕਰ ਪਾਉਂਦਾ। ਮਹਾਰਾਜ ਕਹਿੰਦੇ ਤੀਜੇ ਉਹ ਗੁਰਮੁਖ
ਸਤ ਸੰਗੀ ਹੁੰਦੇ ਹਨ ਜਿਹੜੇ ਗੁਰੂ ਕੋਲ ਆਏ, ਗੁਰੂ 'ਚ ਹੀ ਅਭੇਦ ਹੋ ਗਏ। ਧੰਨ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਬਿਧੀ ਚੰਦ ਵਰਗੇ, ਭਾਈ ਮਤੀ ਦਾਸ ਸਤੀ ਦਾਸ ਵਰਗੇ, ਭਾਈ ਗੁਰਦਾਸ ਵਰਗੇ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਉਹ ਹਨ ਸਭ ਤੋਂ ਉੱਤਮ, ਉਹਨਾਂ ਦਾ ਆਇਆ ਜੁੜਿਆ ਕਬੂਲ। ਤੇ ਉਸ ਅਸੀਂ ਪਤਾਸੇ ਵਾਲੀ ਬਿਰਤੀ ਵਾਲੇ ਸਤ ਸੰਗੀ ਬਣਨਾ ਹੈ ਕਿ ਗੁਰੂ ਕੋਲ ਆਈਏ ਤੇ ਬਸ ਗੁਰੂ ਦੇ ਵਿੱਚ ਹੀ ਅਭੇਦ ਹੋ ਜਾਈਏ, ਗੁਰੂ ਦੀ ਬਾਣੀ ਦੇ ਰੰਗ ਦੇ ਵਿੱਚ ਹੀ ਮਨ ਸੁਰਤ ਤਨ ਰੰਗਿਆ ਜਾਵੇ। ਮਹਾਰਾਜ ਕਹਿੰਦੇ ਇਹ ਬਿਰਤੀ ਬਣਾਉਣੀ ਹੈ, ਕਿਉਂਕਿ ਜੇ ਬਾਂਸ ਵਾਲੀ ਬਿਰਤੀ ਬਣਾਵਾਂਗੇ ਤੇ ਬਾਂਸ ਵੇਖੋ ਦਰਖਤ ਦੇ ਚੰਦਨ ਦੇ ਕੋਲ ਹੋ ਕੇ ਵੀ ਖਾਲੀ ਦਾ ਖਾਲੀ ਰਹਿ ਜਾਂਦਾ, ਸੁਗੰਧੀ ਪ੍ਰਾਪਤੀ ਨਹੀਂ ਜੇ ਕਰਦਾ। ਨਿਕਟ ਬਸੰਤੋ ਬਾਂਸੋ ਨਾਨਕ, ਅਹੰ ਬੁੱਧ ਨਾ ਬੋਹਤੇ। ਨੇੜੇ ਰਹਿੰਦਾ ਹੈ ਚੰਦਨ ਦੇ ਬਾਂਸ, ਪਰ ਖਾਲੀ ਦਾ ਖਾਲੀ ਸੁਗੰਧੀ ਗ੍ਰਹਿਣ ਨਹੀਂ ਕਰ ਸਕਿਆ। ਇਸੇ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਅਹੰ ਬਿਰਤੀ ਹੈ, ਹੰਕਾਰ ਬਿਰਤੀ ਹੈ, ਮੈਂ ਮੇਰੀ ਵਾਲੀ ਬਿਰਤੀ ਹੈ, ਉਹ ਗੁਰੂ ਦੇ ਨੇੜੇ ਆ ਕੇ ਨੇੜੇ ਰਹਿ ਕੇ ਵੀ ਕੁਝ ਹਾਸਲ ਨਹੀਂ ਕਰ ਪਾਉਂਦੇ ਤੇ ਰਹਿ ਜਾਂਦੇ ਹਨ ਬਾਂਸ ਦੀ ਤਰ੍ਹਾਂ ਖਾਲੀ ਦੇ ਖਾਲੀ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ 6 ਨੰਬਰ ਸ਼ਲੋਕ ਅੰਦਰ ਫਰਮਾਨ ਕਰਦੇ ਹਨ, ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ। ਗਾਥਾ ਭਾਵ ਕਥਾ ਪਰਮਾਤਮਾ ਦੀ ਉਸਤਤ ਸਿਫਤ ਸਲਾਹ ਵਡਿਆਈ, ਗੋਪਾਲ ਨਿਰੰਕਾਰ। ਤੇ ਗੁੰਫ ਦਾ ਭਾਵ ਹੈ ਉਹਦੇ 'ਚ ਪੂਰੀ ਤਰ੍ਹਾਂ ਗੁੰਦੇ ਜਾਣਾ, ਐਨ ਵਾਹਿਗੁਰੂ ਦੀ ਬੰਦਗੀ ਸਿਫਤ ਸਲਾਹ ਉਸੇ ਦੇ ਵਿੱਚ ਹੀ ਮਨ ਦਾ ਇੱਕ ਮਿਕ ਹੋ ਜਾਣਾ, ਜਿਵੇਂ ਪਤਾਸਾ ਪਾਣੀ ਦੇ ਵਿੱਚ ਹੀ ਘੁਲ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੀ ਸਿਫਤ ਸਲਾਹ 'ਚ ਐਨ ਘੁਲ ਮਿਲ ਜਾਂਦੇ ਹਨ, ਕਥੰ ਮਥੰ ਮਾਨ ਮਰਦਨ। ਰੱਬੀ ਵਡਿਆਈਆਂ ਨੂੰ ਕਥਨ ਸਦਕਾ ਉਹਨਾਂ ਦੇ ਅੰਦਰ ਦਾ ਜਿਹੜਾ ਮਾਣ ਹੈ ਉਹ ਮਥੰਗ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ, ਹੰਕਾਰ ਮੁੱਕ ਜਾਂਦਾ ਜਦੋਂ ਅੰਦਰ ਗੁਰੂ ਦਾ ਸ਼ਬਦ ਤੇ ਗੁਰੂ ਦੀ ਬਾਣੀ ਵਾਹਿਗੁਰੂ ਦੀ ਸਿਫਤ ਸਲਾਹ ਵਰਤਦੀ ਹੈ। ਹਤੰ ਪੰਚ ਸ਼ਤਰੇਣ ਨਾਨਕ ਹਰ ਬਾਣੇ ਪ੍ਰਹਾਰਣੈ। ਜਦੋਂ ਵਾਹਿਗੁਰੂ ਦੇ ਗੁਰੂ ਦੇ ਨਾਮ ਦਾ ਸ਼ਬਦ ਦਾ ਤੀਰ ਹਿਰਦੇ 'ਚ ਵੱਸਦਾ ਹੈ, ਬਾਣੇ ਦਾ ਇੱਥੇ ਭਾਵ ਹੈ ਬਾਣ ਤੀਰ। ਜਦੋਂ ਉਹ ਮਾਲਕ ਦੇ ਨਾਮ ਦਾ ਗੁਰੂ ਦੇ ਉਪਦੇਸ਼ ਦਾ ਬਾਣ ਹਿਰਦੇ 'ਚ ਵੱਜਦਾ ਹੈ ਤੇ ਫਿਰ ਕੀ ਹੁੰਦਾ ਹੈ, ਹਤੰ ਪੰਚ ਸ਼ਤਰੇਣ। ਜਿਹੜੇ ਪੰਜ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਜਿਹੜੇ ਵੈਰੀ ਹਨ, ਪੰਜ ਚੋਰ ਹਨ, ਜਿਹੜੇ ਪੰਜ ਐਬ ਹਨ, ਉਹਨਾਂ ਤੋਂ ਖਲਾਸੀ ਪ੍ਰਾਪਤ ਹੁੰਦੀ। ਕਬੀਰ ਸਾਹਿਬ ਕਹਿੰਦੇ, ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਉਹ ਕਹਿੰਦੇ ਜਿਹੜਾ ਪਹਿਲਾਂ ਦਿਨ ਰਾਤ ਨਿੰਦਿਆ ਹੀ ਨਿੰਦਿਆ ਕਰੀ ਜਾਂਦਾ ਸੀ, ਹੁਣ ਉਸ ਪਾਸੇ ਤੋਂ ਹੋ ਗਿਆ ਗੂੰਗਾ। ਤੇ ਗੂੰਗਾ ਹੁਆ ਬਾਵਰਾ, ਬਾਵਰੇ ਦਾ ਭਾਵ ਹੈ ਬੋਲਾ, ਜਿਹੜਾ ਹਰ ਵਕਤ ਜਿਹਨੂੰ ਨਿੰਦਿਆ ਚੁਗਲੀ ਚੰਗੀ ਲੱਗਦੀ ਸੀ, ਹੁਣ ਉਧਰੋਂ ਬੋਲਾ ਹੋ ਗਿਆ। ਇਹ ਵੇਖੋ, ਇੱਕ ਗੁਰੂ ਕੀ ਬਾਣੀ ਨੇ ਇਹ ਵੀ ਕਿਹਾ ਹੈ ਕਿ ਕੁਝ ਲੋਕ ਉਹ ਬੋਲੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਸੁਣਦਾ, ਗੁਰੂ ਦਾ ਉਪਦੇਸ਼ ਨਹੀਂ ਸੁਣਦਾ ਹੈ। ਉਹ ਧਰਮ ਨਾਮ ਬੰਦਗੀ ਇਬਾਦਤ ਸੁਣਨ ਵਾਲੇ ਪਾਸਿਓਂ ਬੋਲੇ ਹੁੰਦੇ ਨੇ, ਉਹਨਾਂ ਨੂੰ ਗੁਰੂ ਮਾਇਆ ਧਾਰੀ ਕਹਿੰਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਪਰ ਕਬੀਰ ਸਾਹਿਬ ਕਹਿੰਦੇ ਇੱਕ ਗੂੰਗਾ ਬਾਵਰਾ ਉਹ ਜਿਹਨੂੰ ਸ਼ਬਦ ਦਾ ਤੀਰ ਵੱਜਿਆ ਤੇ ਜਿਹਨੇ ਹੁਣ ਬੁਰਾਈਆਂ ਬੋਲਣੀਆਂ ਤੇ ਬੁਰਾਈਆਂ ਸੁਣਨੀਆਂ ਬੰਦ ਕਰ ਦਿੱਤੀਆਂ, ਮਾੜੇ ਪਾਸੇ ਜਾਣਾ ਬੰਦ ਕਰ ਦਿੱਤਾ। ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਫਿਰ ਉਹ ਕਹਿੰਦੇ, ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ, ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜਾ ਸ਼ੇਖ। ਗੁਰੂ ਦੇ ਸ਼ਬਦ ਨਾਮ ਬਾਣੀ ਦਾ ਤੀਰ ਜਦੋਂ ਹਿਰਦੇ 'ਚ ਵਸਿਆ, ਜਿਹੜੀ ਸੁਰਤ ਬਿਰਤੀ ਮਨ ਬੁਰੇ ਪਾਸੇ ਨੂੰ ਭਟਕਦੀ ਸੀ, ਉਹ ਹੁਣ ਬਿਲਕੁਲ ਉਧਰੋਂ ਉਹਦਾ ਭਟਕਣਾ ਬੰਦ ਹੋ ਗਿਆ। ਇੱਕ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸ਼ੰਤ ਆਸਾ ਦੀ ਵਾਰ ਦੇ ਕੀਰਤਨ ਦੇ ਵਿੱਚ ਗੁਰੂ ਕੇ ਕੀਰਤਨੀਏ ਪੜ੍ਹਦੇ ਹਨ। ਮਹਾਰਾਜ ਕਹਿੰਦੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ।
ਮਾਲਕ ਦੇ ਨਾਮ ਦਾ, ਪ੍ਰੇਮ ਦਾ ਉਹ ਅਣਿਆਲਾ ਤੀਰ ਹਿਰਦੇ ਤੇ ਵੱਜਿਆ, ਤੇ ਉਹ ਨਾਮ ਬਾਣੀ ਦਾ ਤੀਰ ਹਿਰਦੇ ਤੇ ਪ੍ਰੇਮ ਦਾ ਵੱਜਣ ਸਦਕਾ ਜੀਵਨ ਬਿਲਕੁਲ ਬਦਲ ਗਿਆ, ਬਿਲਕੁਲ ਬਦਲ ਗਿਆ। ਜਿਸ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ। ਤੇ ਉਹ ਨਾਮ ਬਾਣੀ ਦਾ ਤੀਰ ਜਦੋਂ ਹਿਰਦੇ ਤੇ ਵਸਦਾ, ਜੀਵਨ 'ਚ ਕੀ ਤਬਦੀਲੀ ਆਉਂਦੀ ਹੈ। ਮਹਾਰਾਜ ਕਹਿੰਦੇ ਕੁਝ ਚੀਜ਼ਾਂ ਕਥਨ ਕੀਤੀਆਂ ਜਾ ਸਕਦੀਆਂ ਨੇ, ਕੁਝ ਕਥਨ ਤੋਂ ਬਾਹਰ ਹੁੰਦੀਆਂ ਹਨ। ਉਹ ਅਵਸਥਾ ਨੂੰ ਮਾਣਿਆ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ। ਜਿਵੇਂ ਜਪਜੀ ਸਾਹਿਬ 'ਚ ਵੀ ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਉਹ ਸੱਚਖੰਡ ਦੀ ਅਵਸਥਾ ਤੋਂ ਅੱਗੇ ਚੱਲ ਕੇ ਮਹਾਰਾਜ ਕਹਿੰਦੇ ਜਦੋਂ ਜੀਵ ਐਨ ਸਿਖਰ ਦੀ ਅਵਸਥਾ 'ਤੇ ਪਹੁੰਚਦਾ, ਹੁਣ ਉਹ ਉਸ ਅਵਸਥਾ 'ਚ ਪਹੁੰਚੇ ਹੋਏ ਪ੍ਰਾਣੀ ਦਾ ਜੀਵਨ ਕੀ ਹੈ ਉਹਨੂੰ ਬਿਆਨਿਆ ਨਹੀਂ ਜਾ ਸਕਦਾ ਹੈ। ਉਹਨੂੰ ਬਿਆਨਣਾ ਤੇ ਇੱਦਾਂ ਹੈ ਜਿਵੇਂ ਲੋਹਾ ਖਾਣਾ ਹੋਵੇ। ਕਬੀਰ ਸਾਹਿਬ ਵੀ ਆਪਣੇ ਪਾਵਨ ਬਚਨਾਂ 'ਚ ਇਹ ਜ਼ਿਕਰ ਕਰਦੇ ਹਨ ਕਿ ਉਹ ਅਵਸਥਾ ਨੂੰ ਅਸੀਂ ਪ੍ਰਾਪਤ ਤਾਂ ਕੀਤਾ ਹੈ, ਰੱਬ ਦੀਆਂ ਵਡਿਆਈਆਂ ਨੂੰ ਸਮਝਿਆ ਤਾਂ ਹੈ, ਜਾਣਿਆ ਤਾਂ ਹੈ, ਪਰ ਜੇ ਕੋਈ ਕਵੇ ਕਿ ਕਬੀਰ ਜੀ ਲਿਖ ਕੇ ਜਾਂ ਬੋਲ ਕੇ ਬਿਆਨ ਕਰਕੇ ਦੱਸ ਦਵੋ, ਉਹ ਕਹਿੰਦੇ ਉਹ ਬਿਆਨਿਆ ਨਹੀਂ ਜਾ ਸਕਦਾ। ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸ ਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਇਸੇ ਤਰ੍ਹਾਂ ਜਿਹਦੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਦਾ, ਗੁਰੂ ਦੇ ਸ਼ਬਦ ਦਾ ਤੀਰ ਵੱਜ ਗਿਆ, ਉਹਨੂੰ ਪੰਜਾਂ ਵਿਕਾਰਾਂ ਦੁਸ਼ਮਣਾਂ ਤੋਂ ਤੇ ਮੁਕਤੀ ਮਿਲਦੀ ਹੈ। ਉਹਦੇ ਅੰਦਰ ਦੀ ਅਵਸਥਾ ਕਿੰਨੀ ਉੱਚੀ ਬਣਦੀ ਹੈ, ਮਹਾਰਾਜ ਕਹਿੰਦੇ ਇਹਨੂੰ ਤੇ ਉਹੀ ਜਾਣਦਾ ਹੈ ਜਿਸ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ। ਸਾਹਿਬ ਕਹਿੰਦੇ ਹਤੰਗ ਪੰਚ ਛਤਰੇੜ ਨਾਨਕ ਹਰ ਬਾਣੇ ਪ੍ਰਹਾਰਣੈ। ਜਦੋਂ ਮਾਲਕ ਦੇ ਨਾਮ ਦਾ ਬਾਣ ਹਿਰਦੇ 'ਚ ਵੱਜਦਾ ਹੈ, ਫਿਰ ਪੰਜਾਂ ਵੈਰੀਆਂ ਤੋਂ ਖਲਾਸੀ ਮਿਲਦੀ ਹੈ ਤੇ ਵਾਹਿਗੁਰੂ ਦੀ ਸਿਫਤ ਸਲਾਹ 'ਚ ਜੁੜਿਆ ਮਾਨ ਮਰਦਨ ਹੈ, ਜਿਹੜਾ ਮਾਨ ਅਭਿਮਾਨ ਹੈ, ਉਹਦੇ ਤੋਂ ਖਲਾਸੀ ਮੁਕਤੀ ਮਿਲਦੀ ਹੈ। ਅੱਗੇ 7 ਨੰਬਰ ਸਲੋਕ 'ਚ ਸਾਹਿਬ ਫਰਮਾਨ ਕਰਦੇ ਹਨ, ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣੈ। ਗੁਰੂ ਦੇ ਜਾਂ ਗੁਰਮੁਖਾਂ ਦੇ ਜਿਹੜੇ ਬਚਨ ਹਨ, ਸੁਖ ਪੰਥਾ, ਸੁੱਖਾਂ ਦਾ ਰਾਹ ਵਿਖਾਉਣ ਵਾਲੇ ਹਨ, ਜੀਵਨ ਨੂੰ ਸੁਖੀਆ ਤੇ ਸੁਹੇਲਾ ਬਣਾਉਂਦੇ ਹਨ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਬੜੀ ਤਾਕਤ ਹੈ ਗੁਰੂ ਦੇ ਬਚਨਾਂ 'ਚ। ਕਿੰਨਿਆਂ ਦਾ ਜੀਵਨ ਇਤਿਹਾਸ ਸਾਡੇ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਹੀ ਕੀਤੇ, ਜਿਵੇਂ ਆਪਾਂ ਬਚਨਾਂ ਦੇ ਤੀਰ ਦੀ ਗੱਲ ਪਹਿਲਾਂ ਕੀਤੀ ਹੈ। ਉਹ ਗੁਰੂ ਦੇ ਬਚਨਾਂ ਦੇ ਤੀਰ ਨੇ ਜੀਵਨ ਨੂੰ ਕੀਲ ਕੇ ਰੱਖ ਦਿੱਤਾ, ਜੀਵਨ ਬਦਲ ਗਿਆ। ਕਿੱਥੇ ਪਹਿਲਾਂ ਅਨੇਕਾਂ ਤਰ੍ਹਾਂ ਦੇ ਸੰਕਟਾਂ 'ਚ, ਮੁਸੀਬਤਾਂ 'ਚ, ਪਾਪਾਂ 'ਚ ਉਹ ਗਰਸੇ ਹੋਏ ਸਨ, ਤੇ ਜਦੋਂ ਗੁਰੂ ਦੇ ਬਚਨ ਉਪਦੇਸ਼ ਪ੍ਰਾਪਤ ਹੋਏ ਤੇ ਤਮਾਮ ਤਰ੍ਹਾਂ ਦੇ ਪਾਪ ਤੇ ਪਾਪਾਂ ਦੇ ਸੰਕਟਾਂ 'ਚੋਂ ਜੀਵਨ ਬਚ ਗਿਆ ਤੇ ਜੀਵਨ ਸੁਖੀਆ ਸੁਹੇਲਾ ਬਣ ਗਿਆ। ਮਹਾਰਾਜ ਕਹਿੰਦੇ ਗੁਰੂ ਦੇ ਬਚਨ, ਗੁਰਮੁਖਾਂ ਦੇ ਜਿਹੜੇ ਬਚਨ ਹਨ, ਸੁਖ ਪੰਥਾ, ਸੁੱਖਾਂ ਦਾ ਰਾਹ ਹਨ, ਪਰ ਲਹੰਥਾ ਬੜ ਕਰਮਣੈ। ਇਹ ਪ੍ਰਾਪਤ ਕਿੱਦਾਂ ਹੁੰਦੇ ਨੇ? ਵੱਡਿਆਂ ਭਾਗਾਂ, ਚੰਗਿਆਂ ਕਰਮਾਂ ਸਦਕਾ ਹੀ ਗੁਰੂ ਦੇ ਉਪਦੇਸ਼ ਸ਼ਬਦ, ਗਿਆਨ ਦੀ ਦਾਤ ਜੀਵਨ ਨੂੰ ਮਿਲਦੀ ਹੈ। ਰਹੰਤਾ ਜਨਮ ਮਰਨੇਣ ਰਮਣੰ ਨਾਨਕ ਹਰ ਕੀਰਤਨੈ। ਮਹਾਰਾਜ ਕਹਿੰਦੇ ਉਹ ਜੀਵ ਰਹੰਤਾ ਜਨਮ ਮਰਨੇਨ, ਉਹ ਜਨਮ ਮਰਨ ਦੇ ਗੇੜ ਤੋਂ ਰਹੰਥਾ ਭਾਵ ਰਹਿ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਕੌਣ? ਰਮਣੰ ਨਾਨਕ ਹਰ ਕੀਰਤਨੈ, ਜਿਹੜਾ ਵਾਹਿਗੁਰੂ ਦੀ ਕੀਰਤੀ, ਪਰਮਾਤਮਾ ਦੀ ਸਿਫਤ ਸਲਾਹ ਨੂੰ, ਰਮਣ ਭਾਵ ਵਾਰ-ਵਾਰ ਸਿਫਤ ਸਲਾਹ ਨੂੰ ਕਰਨਾ, ਜਪਣਾ, ਧਿਆਉਣਾ। ਜਿਹੜਾ ਧਿਆਉਂਦਾ ਹੈ, ਸਿਮਰਦਾ ਹੈ, ਉਹਨੂੰ ਫਿਰ ਜੰਮਣ ਮਰਨ ਦੇ ਗੇੜ ਤੋਂ ਖਲਾਸੀ ਮਿਲਦੀ ਹੈ। ਅੱਗੇ 8 ਨੰਬਰ ਸਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਪੱਤਰ ਪਰਜੇਨ ਝੜੀਅੰ ਨਹਿ ਜੜੀਅੰ ਪੇੜ ਸੰਪਤਾ। ਦਰਖਤ ਦੇ ਪੱਤਿਆਂ ਤੋਂ ਸਤਿਗੁਰੂ ਜੀ ਸਾਨੂੰ ਸੇਧ ਦੇ ਰਹੇ ਹਨ ਕਿ ਵੇਖੋ, ਦਰਖਤ 'ਤੇ ਪੱਤੇ ਹਨ, ਹਵਾ ਚੱਲਦੀ ਹੈ ਜਾਂ ਸਮੇਂ ਦੇ ਨਾਲ ਉਹ ਪੱਤੇ ਸੁੱਕਦੇ ਹਨ ਤੇ ਦਰਖਤ ਤੋਂ ਝੜ ਜਾਂਦੇ ਹਨ। ਹੁਣ ਦਰਖਤ ਦੇ ਪੱਤੇ ਦਰਖਤ ਤੋਂ ਝੜ ਗਏ, ਹੇਠਾਂ ਡਿੱਗ ਪਏ। ਨਹਿ ਜੜੀਅੰ ਪੇੜ ਸੰਪਤਾ,
ਜਿੰਨੀ ਮਰਜ਼ੀ ਕਿਸੇ ਕੋਲ ਸੰਪਤੀ ਹੋਵੇ, ਧਨ ਦੌਲਤ ਹੋਵੇ, ਬੰਦਾ ਕਵੇ ਮੈਂ ਉਹ ਧਨ ਖਰਚ ਕੇ ਦਰਖਤ ਦੇ ਪੱਤਿਆਂ ਨੂੰ ਦੁਬਾਰਾ ਦਰਖਤ ਦੇ ਨਾਲ ਜੋੜ ਦੇਵਾਂਗਾ, ਤੇ ਉਹ ਦਰਖਤ ਤੋਂ ਟੁੱਟੇ ਹੋਏ ਪੱਤੇ ਪਰਤ ਕੇ ਦਰਖਤ ਦੇ ਨਾਲ ਨਹੀਂ ਜੁੜ ਸਕਦੇ ਹਨ, ਦਰਖਤ ਦੇ ਨਾਲ ਨਹੀਂ ਜੁੜਦੇ ਹਨ। ਇਹ ਇੱਕ ਉਦਾਹਰਣ ਗੁਰੂ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਜਿਵੇਂ ਦਰਖਤ ਤੋਂ ਅਲੱਗ ਹੋਏ ਪੱਤੇ ਦੁਬਾਰਾ ਪਰਤ ਕੇ ਦਰਖਤ ਦੇ ਨਾਲ ਨਹੀਂ ਜੁੜ ਸਕਦੇ, ਬਿਲਕੁਲ ਇਸੇ ਤਰ੍ਹਾਂ ਨਾਮ ਬਿਹੋਣ ਬੇਮੁਖਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬੇਮੁਖਤਾਈ ਦੇ ਵਿੱਚ ਜੀਵ ਨੇ ਜ਼ਿੰਦਗੀ ਦਾ ਸਮਾਂ, ਜ਼ਿੰਦਗੀ ਦੇ ਸਵਾਸ, ਜ਼ਿੰਦਗੀ ਦੀਆਂ ਘੜੀਆਂ ਨੂੰ, ਦਿਨ ਰਹਿਣ, ਇਹਨਾਂ ਨੂੰ ਲੰਘਾ ਦਿੱਤਾ। ਤੇ ਹੁਣ ਲੰਘਿਆ ਹੋਇਆ ਸਮਾਂ ਉੱਦਾਂ ਦੁਬਾਰਾ ਪਰਤ ਕੇ ਵਾਪਸ ਨਹੀਂ ਲਿਆਂਦਾ ਜਾ ਸਕਦਾ, ਜਿਵੇਂ ਦਰਖਤ ਦੇ ਟੁੱਟੇ ਹੋਏ ਪੱਤੇ ਦਰਖਤ ਦੇ ਨਾਲ ਦੁਬਾਰਾ ਨਹੀਂ ਜੁੜ ਸਕਦੇ ਹਨ। ਬਹੁਤ ਵੈਸੇ ਗੁਰਬਾਣੀ 'ਚ ਸਤਿਗੁਰੂ ਨੇ ਇੱਦਾਂ ਦੇ ਪ੍ਰਮਾਣ ਦੇ ਦੇ ਕੇ ਸਾਨੂੰ ਸਮਝਾਇਆ ਕਿ ਸਾਨੂੰ ਸਮਝ ਪਵੇ ਕਿ ਸਾਡਾ ਇੱਕ ਇੱਕ ਸਵਾਸ ਤੇ ਜੀਵਨ ਦੀ ਇੱਕ ਇੱਕ ਘੜੀ ਕਿੰਨੀ ਕੀਮਤੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਦੁਲੰਭ ਭਾਵ ਕੀਮਤੀ। ਹੋਏ ਨਾ ਬਾਰੈ ਬਾਰ, ਉਹ ਦੁਬਾਰਾ ਪ੍ਰਾਪਤ ਹੋਣ ਵਾਲਾ ਨਹੀਂ ਹੈ। ਜਿਉਂ ਬਨ ਫਲ ਪਾਕੈ ਭੋਏ ਗਿਰੈ, ਬੋਹਰ ਨਾ ਲਾਗੈ ਡਾਰ। ਦਰਖਤ ਦਾ ਪੱਕਿਆ ਫਲ, ਪੱਕਿਆ ਕੀ ਕੱਚਾ ਫਲ ਵੀ, ਕੋਈ ਵੀ ਕਿਸੇ ਤਰ੍ਹਾਂ ਦਾ ਫਲ ਜੇ ਦਰਖਤ ਤੋਂ ਇੱਕ ਵਾਰ ਝੜ ਕੇ ਹੇਠਾਂ ਡਿੱਗ ਪਿਆ ਤੇ ਦੁਬਾਰਾ ਦਰਖਤ ਦੇ ਨਾਲ ਜੋੜਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵਨ ਮਿਲਿਆ ਹੈ, ਇੱਕ ਵਾਰ ਜੀਵਨ ਹੱਥਾਂ ਚੋਂ ਨਿਕਲ ਗਿਆ, ਪਰਤ ਕੇ ਪ੍ਰਾਪਤ ਹੋਣ ਵਾਲਾ ਨਹੀਂ ਹੈ। ਸਵਾਸ ਲੰਘ ਗਏ, ਸਮਾਂ ਲੰਘ ਗਿਆ, ਫਿਰ ਸਵਾਏ ਪਛਤਾਵੇ ਤੋਂ ਹੋਰ ਪੱਲੇ ਕੁਝ ਨਹੀਂ ਰਹਿੰਦਾ ਹੈ। ਜਿਵੇਂ ਉਹ ਵਿਚਾਰਵਾਨਾਂ ਕਈ ਕਹਾਣੀਆਂ ਬਣਾਈਆਂ ਨੇ ਸਾਨੂੰ ਸਮਝਾਉਣ ਦੇ ਲਈ ਕਿ ਸਮਝ ਪੈ ਜਾਵੇ। ਜਿਵੇਂ ਕਹਿੰਦੇ ਕਿਸੇ ਕੋਈ ਜ਼ਿਮੀਂਦਾਰ ਆਪਣੇ ਖੇਤਾਂ ਦੇ ਵਿੱਚ ਹਲ ਵਾਹੁੰਦਾ ਪਿਆ ਸੀ ਤੇ ਉਹਨੂੰ ਘੜਾ ਲੱਭ ਗਿਆ ਤੇ ਘੜੇ 'ਚ ਸਨ ਸੋਨੇ ਦੀਆਂ ਮੋਹਰਾਂ, ਹੀਰੇ। ਉਹਨੂੰ ਨਹੀਂ ਸੀ ਪਤਾ, ਉਹਨੇ ਇੱਦਾਂ ਹੀ ਨਦੀ ਦੇ ਵਿੱਚ ਉਹ ਸਾਰੇ ਵਾਰੀ ਸੁੱਟ ਦਿੱਤੇ। ਅਖੀਰ ਤੇ ਕੋਈ ਇੱਕ ਦੋ ਬਚੇ। ਇੰਨੀ ਦੇਰ ਨੂੰ ਕੋਈ ਹੋਰ ਸਿਆਣਾ ਬੰਦਾ ਉੱਥੇ ਪਹੁੰਚ ਗਿਆ। ਉਹਨੇ ਵੇਖਿਆ ਇਹ ਤੇ ਬੜੀਆਂ ਕੀਮਤੀ ਸੋਨੇ ਦੀਆਂ ਮੋਹਰਾਂ ਨੇ, ਕਿੱਥੋਂ ਪ੍ਰਾਪਤ ਹੋਈਆਂ? ਕਹਿਣ ਲੱਗਾ ਇੱਦਾਂ ਦਾ ਤੇ ਮੈਨੂੰ ਘੜਾ ਲੱਭਿਆ ਸੀ ਪੂਰਾ, ਮੈਂ ਤੇ ਸਾਰੀਆਂ ਦੀਆਂ ਸਾਰੀਆਂ ਸੁੱਟ ਦਿੱਤੀਆਂ ਹਨ। ਉਹ ਕਹਿਣ ਲੱਗਾ ਕਮਲਿਆ ਤੇ ਬੜੀਆਂ ਕੀਮਤੀ ਸਨ, ਜੇ ਸਾਰੀਆਂ ਸੰਭਾਲ ਕੇ ਰੱਖਦਾ ਤੇ ਤੇਰੀਆਂ ਤੇ ਕਈ ਕੁੱਲਾਂ ਤੱਕ ਬੈਠਿਆਂ ਬਿਠਾਇਆ ਖਾ ਸਕਦੇ ਸਨ, ਪਰ ਹੁਣ ਬਹਿ ਕੇ ਰੋਂਦਾ ਪਿਆ ਹੈ, ਪਛਤਾਉਂਦਾ ਪਿਆ ਹੈ ਕਿ ਇਹ ਕੀ ਹੋਇਆ, ਮੈਂ ਤੇ ਇੰਨੀ ਕੀਮਤੀ ਚੀਜ਼ ਪ੍ਰਾਪਤ ਕਰਕੇ ਵੀ ਹੱਥੋਂ ਗਵਾ ਦਿੱਤੀ। ਕੋਈ ਰਾਜਾ ਜੰਗਲ ਸ਼ਿਕਾਰ ਖੇਡਣ ਦੇ ਲਈ ਗਿਆ, ਮੁਸੀਬਤ 'ਚ ਫਸ ਗਿਆ ਤੇ ਕੁਦਰਤੀ ਉੱਥੇ ਇੱਕ ਲੱਕੜਹਾਰਾ ਸੀ। ਆਪਣੇ ਸਾਥੀਆਂ ਤੋਂ ਰਾਜਾ ਵਿਛੜ ਕੇ ਬਹੁਤ ਅੱਗੇ ਲੰਘ ਗਿਆ ਸੀ ਤੇ ਲੱਕੜਹਾਰੇ ਨੇ ਉਹਦੀ ਸਹਾਇਤਾ ਕੀਤੀ। ਪਿਆਸ ਦੇ ਨਾਲ ਮਰਦਾ ਪਿਆ ਸੀ, ਉਹਨੂੰ ਪਾਣੀ ਪਿਆਇਆ। ਰਾਜਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਕੱਲ੍ਹ ਨੂੰ ਮੇਰੇ ਮਹਿਲਾਂ 'ਚ ਆਈ, ਤੈਨੂੰ ਇਨਾਮ ਦੇਵਾਂਗਾ। ਲੱਕੜਹਾਰਾ ਅਗਲੇ ਦਿਨ ਰਾਜੇ ਦੇ ਮਹਿਲਾਂ 'ਚ ਪਹੁੰਚ ਗਿਆ। ਰਾਜੇ ਨੇ ਖੁਸ਼ ਹੋ ਕੇ ਉਹਨੂੰ ਇੱਕ ਚੰਦਨ ਦਾ ਬਾਗ ਦੇ ਦਿੱਤਾ ਕਿ ਇਹਦੀ ਗਰੀਬੀ ਖਤਮ ਹੋ ਜਾਏ। ਪਰ ਲੱਕੜਹਾਰਾ ਸੀ, ਰੋਜ਼ ਲੱਕੜਾਂ ਕੱਟ ਕੇ ਲਿਆਉਂਦਾ ਸੀ, ਵੇਚਦਾ ਸੀ। ਚੰਦਨ ਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਬੜਾ ਕੀਮਤੀ ਹੁੰਦਾ ਹੈ। ਉਹਨੇ ਉਹ ਚੰਦਨ ਦੀਆਂ ਲੱਕੜਾਂ ਕੱਟਣੀਆਂ ਤੇ ਬਾਲਣ ਦੇ ਭਾਅ ਬਾਜ਼ਾਰ 'ਚ ਜਾ ਕੇ ਵੇਚ ਦੇਣੀਆਂ। ਅੱਗੇ ਬਾਲਣ ਖਰੀਦਣ ਵਾਲੇ ਵੀ ਉੱਦਾਂ ਦੇ ਸਨ। ਕੁਝ ਸਮੇਂ ਬਾਅਦ ਰਾਜੇ ਨੇ ਸੋਚਿਆ ਕਿ ਮੈਂ ਜਾ ਕੇ ਵੇਂਦਾ ਹਾਂ, ਹੁਣ ਤੇ ਉਹ ਲੱਕੜਹਾਰਾ ਬੜਾ ਅਮੀਰ ਹੋਵੇਗਾ, ਚੰਦਨ ਦਾ ਵਪਾਰੀ ਬਣ ਗਿਆ ਹੋਣਾ ਤੇ ਚੰਦਨ ਵੇਚ ਵਿੱਚ ਬੜੀ ਕਮਾਈ ਕੀਤੀ ਹੋਣੀ ਹੈ। ਜਾਂ ਉਹਨੇ ਜਾ ਕੇ ਵੇਖਿਆ ਤੇ ਬਾਗ ਵਾਲੀ ਥਾਂ ਤੇ ਬਿਲਕੁਲ ਖਾਲੀ, ਉੱਥੇ ਤੇ ਚੰਦਨ ਹੈ ਹੀ ਕੋਈ ਨਾ। ਰਾਜਾ ਕਹਿਣ ਲੱਗਾ ਸਾਰੇ ਚੰਦਨ ਦੇ ਬੂਟੇ ਕਿੱਧਰ ਗਏ ਤੇ ਤੂੰ ਅਜੇ ਵੀ ਪਾਟੇ ਪੁਰਾਣੇ ਕੱਪੜੇ ਪਾ ਕੇ ਬੈਠਾ ਹੈ? ਕਹਿਣ ਲੱਗਾ ਜੀ ਉਹ ਤੇ ਮੈਂ ਰੋਜ਼ ਵੱਢ ਕੇ ਤੇ ਬਾਲਣ ਵੇਚਦਾ ਰਿਹਾ ਹਾਂ, ਹੁਣ ਤੇ ਖਤਮ ਹੋ ਗਿਆ, ਹੁਣ ਤੇ ਬਸ ਆ ਕੁਹਾੜੇ ਦਾ ਮੁੱਠਾ ਹੀ ਰਹਿ ਗਿਆ, ਬਾਕੀ ਹੋਰ ਕੁਝ ਨਹੀਂ। ਕਹਿਣ ਲੱਗੇ ਫਿਰ ਹੁਣ ਇਹ ਜਿਹੜਾ ਕੁਹਾੜੇ ਦਾ ਮੁੱਠਾ ਹੈ ਇਹਨੂੰ ਤੂੰ ਬਾਲਣ ਵਾਲੀ ਦੁਕਾਨ 'ਤੇ ਨਾ ਵੇਚੀ, ਚੰਦਨ ਦੇ ਵਪਾਰੀ ਦੇ ਕੋਲ ਜਾ ਕੇ ਵੇਚ ਕੇ ਆ ਤੇ ਫਿਰ ਆਈ। ਹੁਣ ਜਦੋਂ ਚੰਦਨ ਦੇ ਵਪਾਰੀ ਦੇ ਕੋਲ ਉਹ
ਛੋਟੀ ਜਿਹੀ ਲੱਕੜ ਦਾ ਇੱਕ ਟੁਕੜਾ ਚੰਦਨ ਦਾ ਲੈ ਕੇ ਗਿਆ, ਤੇ ਉਹ ਇੰਨਾ ਧਨ ਉਹਨੂੰ ਉਸ ਇੱਕ ਚੰਦਨ ਦੇ ਟੁਕੜੇ ਤੋਂ ਪ੍ਰਾਪਤ ਹੋ ਗਿਆ ਜਿੰਨਾ ਧਨ ਉਹਨੇ ਸਾਰਾ ਬਾਗ ਬਾਲਣ ਦੇ ਭਾਅ ਵੇਚ ਕੇ ਵੀ ਨਹੀਂ ਸੀ ਕਮਾਇਆ। ਹੁਣ ਉਹਨੂੰ ਪਛਤਾਵਾ ਹੁੰਦਾ ਪਿਆ ਕਿ ਇੰਨੀ ਕੀਮਤੀ ਲੱਕੜ ਸੀ, ਜੇ ਪਤਾ ਹੁੰਦਾ ਤੇ ਮੈਂ ਇੱਦਾਂ ਬਾਲਣ ਦੇ ਭਾਅ ਥੋੜ੍ਹਾ ਵੇਚਦਾ। ਹੁਣ ਪਛਤਾ ਰਿਹਾ ਹੈ, ਪਰ ਪਛਤਾਇਆ ਹੋਏਗਾ ਕਿ ਸਮਾਂ ਤੇ ਲੰਘ ਗਿਆ। ਇਸੇ ਤਰ੍ਹਾਂ ਸਾਡੇ ਜੀਵਨ ਦਾ ਇੱਕ ਇੱਕ ਸਾਹ ਬੜਾ ਕੀਮਤੀ ਹੈ, ਪਰ ਅਸੀਂ ਲੱਕੜਹਾਰੇ ਦੀ ਤਰ੍ਹਾਂ ਜਾਂ ਅਗਿਆਨੀ ਜ਼ਿਮੀਦਾਰ ਦੀ ਤਰ੍ਹਾਂ ਸਾਰੇ ਦੇ ਸਾਰੇ ਸਾਹ ਇੱਦਾਂ ਦੇ ਇੱਦਾਂ ਹੀ ਗਵਾ ਦਿੰਦੇ ਆ। ਤੇ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂਡ ਮੈਂ। ਜਾਗਦਾ ਬੰਦਾ ਉਦੋਂ ਹੈ ਜਦੋਂ ਸਾਰੇ ਦਾ ਸਾਰਾ ਸਮਾਂ ਹੱਥ 'ਚੋਂ ਲੰਘ ਚੁੱਕਿਆ ਹੁੰਦਾ ਹੈ। ਸੋ ਗੁਰੂ ਸਾਹਿਬ ਵੇਖੋ ਸਾਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਜਾਗ ਜਾਈਏ, ਸਾਨੂੰ ਸਮਝ ਪੈ ਜਾਵੇ ਕਿ ਜੀਵਨ ਕੀ ਹੈ, ਜੀਵਨ ਦਾ ਮਨੋਰਥ ਕੀ ਹੈ, ਇਹ ਸੰਸਾਰ ਜਗਤ ਸਾਗਰ ਅੰਦਰ ਆ ਕੇ ਅਸੀਂ ਕੀ ਕਰਨਾ ਹੈ, ਕਿਵੇਂ ਆਪਣੇ ਮਨ ਨੂੰ ਜਗਾਉਣਾ ਹੈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਗੁਰੂ ਦੇ ਸ਼ਬਦ ਦੀ ਟੇਕ। ਵੈਸੇ ਤੇ ਗੁਰੂ ਸਾਨੂੰ ਰੋਜ਼ ਰੋਜ਼ ਹਿਲਾ ਕੇ ਜਗਾਉਂਦੇ ਹਨ ਕਿ ਅਸੀਂ ਗਫਲਤ ਦੀ ਗਹਿਰੀ ਨੀਂਦਰ ਦੇ ਵਿੱਚ ਸੁੱਤੇ ਹੋਏ ਜਾਗੀਏ, ਸਾਨੂੰ ਸਮਝ ਪਵੇ, ਸਾਨੂੰ ਗੁਰਮਤਿ ਮਾਰਗ ਦੀ ਸੂਝ ਬੂਝਤਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਤੋਂ ਬੰਦਗੀ ਤੋਂ ਵਿਹੂਣਾ ਮਨੁੱਖ ਹੈ, ਬਹੰਤੋ ਜੋਨ ਬਾਸਰੋ ਰਹਿਣੀ, ਉਹ ਆਪਣੀ ਜ਼ਿੰਦਗੀ ਨੂੰ ਦਿਨ ਰਾਤ ਇੱਦਾਂ ਲੰਘਾ ਗਵਾ ਲੈਂਦਾ ਹੈ ਜਿਵੇਂ ਦਰਖਤ ਦੇ ਪੱਤੇ ਦਰਖਤ ਤੋਂ ਝੜਦੇ ਜਾਂਦੇ ਹਨ। ਨਾ ਉਹ ਦੁਬਾਰਾ ਜੁੜ ਸਕਦੇ ਨੇ, ਨਾ ਇਹ ਲੰਘਿਆ ਹੋਇਆ ਸਮਾਂ ਦੁਬਾਰਾ ਪ੍ਰਾਪਤ ਹੋ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਇਹਨਾਂ ਤਮਾਮ ਬਚਨਾਂ ਉਪਦੇਸ਼ਾਂ ਨੂੰ ਸਮਝੀਏ, ਜਿਹੜੇ ਮਾਰਗ 'ਤੇ ਗੁਰੂ ਸਾਨੂੰ ਵਾਰ-ਵਾਰ ਪ੍ਰੇਰਨਾ ਦੇ ਕੇ ਤੋਰਦੇ ਨੇ। ਉਸ ਗੁਰਮਤਿ ਦੇ ਮਾਰਗ 'ਤੇ ਚੱਲੀਏ, ਜੀਵਨ ਨੂੰ ਸੰਭਾਲੀਏ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਵਾਲੀ ਸਾਡੀ ਬਿਰਤੀ ਬਣੇ, ਕਿਉਂਕਿ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ। ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾ ਆਵੈ ਕਿ ਨਾ ਆਵੈ। ਰਾਮ ਗੁਰੂ ਕਿਰਪਾ ਕਰੇ, ਗੁਰੂ ਉਪਦੇਸ਼ ਹਿਰਦੇ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ